ਕਿਸਾਨ ਦੋਸਤੋ, ਖੇਤੀਬਾੜੀ ਸੈਕਟਰ ਵਿੱਚ ਜਦੋਂ ਵੀ ਅਸੀਂ ਨਵੀਆਂ ਤਕਨੀਕਾਂ ਦੀ ਗੱਲ ਕਰਦੇ ਹਾਂ, ਮਾਹਿਰਾਂ ਦੇ ਨਾਲ ਜੁੜ ਕੇ ਨਵੀਆਂ ਤਕਨੀਕਾਂ ਨੂੰ ਖੇਤਾਂ ਵਿੱਚ ਲਾਗੂ ਕਰਨ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੀਆਂ ਚੁਣੌਤੀਆਂ ਵੀ ਸਾਡੇ ਸਾਹਮਣੇ ਆਉਂਦੀਆਂ ਨੇ। ਫਸਲ ਦੀ ਬੁਆਈ ਤੋਂ ਲੈ ਕੇ ਫਸਲ ਵੱਢਣ ਤੱਕ ਅਸੀਂ ਜੋ ਵੀ ਖੇਤ ਦੇ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਜੋ ਵੀ ਆਪਰੇਸ਼ਨ ਕਰਦੇ ਹਾਂ, ਜੋ ਵੀ ਅਸੀਂ ਇੰਟਰਕਲਚਰ ਜਾਂ ਹੋਰ ਵੀਡੀਸਾਈਡ, ਫੰਜੀਸਾਈਡ ਜਾਂ ਹੋਰ ਬਹੁਤ ਸਾਰੇ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਹਾਂ, ਉਹਦੇ ਨਾਲ ਜਿੱਥੇ ਸਾਡੀ ਸਿਹਤ 'ਤੇ ਮਾੜਾ ਪ੍ਰਭਾਵ ਪੈ ਰਿਹਾ, ਇਸ ਦੇ ਨਾਲ ਹੀ ਬਿਮਾਰੀਆਂ ਦੇ ਵਿੱਚ ਵੀ ਵਾਧਾ ਹੋ ਰਿਹਾ। ਸਮਾਂ ਬਦਲ ਰਿਹਾ, ਸਾਡੀ ਜਿਹੜੀ ਆ ਭੋਜਨ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਵੱਧ ਰਹੀ ਆ ਬਿਕੋਜ਼ ਅਰਬਨਾਈਜੇਸ਼ਨ ਹੋ ਰਹੀ ਆ, ਔਰ ਇਹਦੇ ਕਰਕੇ ਜਿਹੜਾ ਸਾਡੇ ਕੁਦਰਤੀ ਸਰੋਤ ਨੇ ਜਿਵੇਂ ਕਿ ਪਾਣੀ ਹੈ ਉਹ ਵੀ ਪਲੀਤ ਹੋ ਰਿਹਾ। ਪਰ ਮਾਹਿਰ ਇਸ 'ਤੇ ਲਗਾਤਾਰ ਜਿਹੜੇ ਆ ਖੋਜ ਕਰ ਰਹੇ ਨੇ, ਔਰ ਖੋਜ ਕਰਨ ਉਪਰੰਤ ਜਿਹੜੀ ਵੀ ਜਾਣਕਾਰੀ ਹੈ ਉਹ ਕਿਸਾਨਾਂ ਦੇ ਨਾਲ ਸਾਂਝੀ ਕਰ ਰਹੇ ਨੇ। ਖੇਤੀਬਾੜੀ ਸੈਕਟਰ ਦੇ ਵਿੱਚ ਫਸਲ ਵੱਢਣ ਤੋਂ ਲੈ ਕੇ ਜਦੋਂ ਅਸੀਂ ਮੰਡੀ ਵਿੱਚ ਲੈ ਕੇ ਆਉਂਦੇ ਹਾਂ ਤਾਂ ਤਕਰੀਬਨ 40% ਜਿਹੜੀ ਆ ਉਹਦੀ ਜਿਹੜੀ ਵੇਸਟੇਜ ਆ ਉਹ ਹੋ ਜਾਂਦੀ ਆ। ਇਹ ਬਹੁਤ ਇੱਕ ਵੱਡੀ ਫਿਗਰ ਹੈ ਜਿਹਦੇ ਨਾਲ ਤਕਰੀਬਨ ਅਸੀਂ 5 ਕਰੋੜ ਲੋਕਾਂ ਦਾ ਜਿਹੜਾ ਆ ਖਾਣੇ ਦਾ ਇੰਤਜ਼ਾਮ ਕਰ ਸਕਦੇ ਹਾਂ। ਫਾਈਨੈਂਸ਼ੀਅਲੀ ਵੀ ਸਾਨੂੰ ਬਹੁਤ ਸਾਰਾ ਲਾਸ ਹੁੰਦਾ ਹੈ, ਪਰ ਪੰਜਾਬ ਹਾਰਟੀਕਲਚਰ ਪੋਸਟ ਹਾਰਵੈਸਟ ਟੈਕਨੋਲੋਜੀ ਸੈਂਟਰ ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਸਥਿਤ ਹੈ, ਕਿਸਾਨਾਂ ਨੂੰ ਫਸਲ ਵੱਢਣ ਤੋਂ ਬਾਅਦ ਮੰਡੀ ਤੱਕ ਪਹੁੰਚਾਉਣ ਦੇ ਵਿਚਕਾਰ ਜੋ ਲਾਸਿਸ ਹੁੰਦੇ ਨੇ, ਜੋ ਸਾਨੂੰ ਨੁਕਸਾਨ ਹੁੰਦਾ ਹੈ, ਉਸ ਨੂੰ ਪੂਰਾ ਕਰਨ ਲਈ ਬਹੁਤ ਸਾਰੀਆਂ ਨਵੀਆਂ ਤਕਨੀਕਾਂ ਔਰ ਟ੍ਰੇਨਿੰਗਸ ਜਿਹੜੀਆਂ ਪ੍ਰੋਵਾਈਡ ਕਰ ਰਿਹਾ। ਸੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਵੀ ਇਹੀ ਹੈ ਕਿ ਭੋਜਨ ਅਤੇ ਪਾਣੀ ਦੀ ਗੁਣਵੱਤਾ ਦੀ ਪਰਖ ਦੀ ਮਹੱਤਤਾ। ਬਹੁਤ ਵੱਡਾ ਯੋਗਦਾਨ ਹੈ ਇਸ ਸੈਂਟਰ ਦਾ ਪੰਜਾਬ ਦੇ ਵਿੱਚ, ਅਤੇ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਦਰਮਿਆਨ ਅੱਜ ਇਸ ਸੰਸਥਾ ਦੇ ਡਾਇਰੈਕਟਰ ਡਾਕਟਰ BBC ਮਹਾਜਨ ਜੀ ਪਹੁੰਚੇ ਨੇ। ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ। ਜਿਵੇਂ ਕਿ ਜਿਹੜਾ ਤੁਹਾਡਾ ਸੈਂਟਰ ਹੈ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਨਾਮ ਹੈ ਸੈਂਟਰ ਦਾ, ਜੋ ਕਿ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਬਾਰੇ ਔਰ ਫਸਲ ਵੱਢਣ ਤੋਂ ਲੈ ਕੇ ਮੰਡੀ ਤੱਕ ਜੋ ਲਾਸਿਸ ਹੁੰਦੇ ਨੇ ਉਹਨਾਂ ਨੂੰ ਕਵਰ ਕਰਨ ਲਈ ਬਹੁਤ ਸਾਰੀਆਂ ਟ੍ਰੇਨਿੰਗਸ ਜਿਹੜੀਆਂ ਉਹ ਪ੍ਰੋਵਾਈਡ ਕਰਦਾ। ਹੋਰ ਇਸ ਸੈਂਟਰ ਦਾ ਮੈਂਡੇਟ ਕੀ ਹੈ? ਇਸ ਸੈਂਟਰ ਦੇ 3 ਮੁੱਖ ਮੈਂਡੇਟ ਹੈ ਜੀ। ਪਹਿਲਾ ਮੈਂਡੇਟ ਹੈ ਸਾਡਾ ਕਿਸਾਨਾਂ ਨੂੰ, ਐਂਟਰਪ੍ਰੀਨਿਅਰਸ ਨੂੰ, ਬਾਗਬਾਨੀ ਅਫਸਰਾਂ ਨੂੰ ਜਾਂ ਐਕਸਟੈਂਸ਼ਨ ਅਫਸਰਾਂ ਨੂੰ ਟ੍ਰੇਨਿੰਗ ਦੇਣਾ। ਟ੍ਰੇਨਿੰਗ ਸਾਡੀ ਵੱਖ-ਵੱਖ ਵਿਸ਼ੇ 'ਤੇ ਚੱਲਦੀ ਹੈ ਜੀ, ਜਿੱਦਾਂ ਫਲਾਂ ਸਬਜ਼ੀ ਦੀ ਤੁੜਾਈ ਤੋਂ ਬਾਅਦ ਸਾਂਭ ਸੰਭਾਲ, ਉਹਨਾਂ ਨੂੰ ਗ੍ਰੇਡ ਕਿਸ ਤਰ੍ਹਾਂ ਕਰਨਾ, ਉਹਨਾਂ ਨੂੰ ਪੈਕ ਕਿਸ ਤਰ੍ਹਾਂ ਕਰਨਾ, ਸਟੋਰ ਕਿਸ ਤਰ੍ਹਾਂ ਕਰਨਾ ਅਤੇ ਮੰਡੀਕਰਨ ਕਿਸ ਤਰ੍ਹਾਂ ਕਰਨਾ। ਜੇ ਕੋਈ ਫਾਰਮਰ ਆਪਣਾ ਕੋਲਡ ਸਟੋਰ ਲਗਾਉਣਾ ਚਾਹੁੰਦਾ ਉਹਦੇ ਬਾਰੇ ਵੀ ਅਸੀਂ ਸਪੈਸ਼ਲ ਟ੍ਰੇਨਿੰਗ ਦਿੰਦੇ ਇੱਥੇ। ਦੂਜਾ ਮੈਂਡੇਟ ਸਾਡਾ ਫੂਡ ਟੈਸਟਿੰਗ ਸਰਵਿਸ ਮੁਹੱਈਆ ਕਰਨਾ। ਸਾਡੇ ਕੋਲ ਇੱਥੇ ਵਰਲਡ ਕਲਾਸ ਲੈਬੋਰਟਰੀ ਹੈ ਜੀ, NABL ਵੱਲੋਂ ਐਕ੍ਰੈਡਿਟਡ ਕੀਤੀ ਹੋਈ ਲੈਬੋਰਟਰੀ ਹੈ, ਜਿੱਥੇ ਕਿਸਾਨ ਜਾਂ ਕੋਈ ਹੋਰ ਐਂਟਰਪ੍ਰੀਨਿਅਰ ਆਪਣੇ ਫਲ ਸਬਜ਼ੀਆਂ ਜਾਂ ਉਹਨਾਂ ਦੇ ਪ੍ਰੋਡਕਟਸ ਲਿਆ ਕੇ ਟੈਸਟ ਕਰਵਾ ਸਕਦਾ ਹੈ। ਔਰ ਤੀਜਾ ਮੈਂਡੇਟ ਸਾਡਾ ਇੱਥੇ ਸ਼ੋਧ ਕਰਨਾ। ਸਾਡੇ ਇੱਥੇ ਸਾਇੰਟਿਸਟ ਵੱਖ-ਵੱਖ ਵਿਸ਼ਿਆਂ 'ਤੇ, ਜੇ ਕੋਈ ਫਲ ਸਬਜ਼ੀ ਦੀ ਸ਼ੈਲਫ ਲਾਈਫ ਵਧਾਉਣੀ ਹੈ ਜਾਂ ਕੋਈ ਨਵੇਂ ਤਰੀਕੇ ਕੇ ਪੈਕਿੰਗ ਦੇ, ਉਹਨਾਂ ਵਿਸ਼ੇ 'ਤੇ ਇੱਥੇ ਸ਼ੋਧ ਕਰਕੇ ਉਹ ਰਿਸਰਚ ਅਸੀਂ ਕਿਸਾਨਾਂ ਤੱਕ ਲੈ ਕੇ ਜਾਂਦੇ ਹਾਂ, ਤਾਂ ਕਿ ਜਿੱਦਾਂ ਤੁਸੀਂ ਕਿਹਾ ਕਿ ਫਲ ਸਬਜ਼ੀ ਦੀ ਤੁੜਾਈ ਤੋਂ ਬਾਅਦ ਬਹੁਤ ਸਾਰਾ ਨੁਕਸਾਨ ਹੁੰਦਾ, ਉਹ ਨੁਕਸਾਨ ਤੋਂ ਅਸੀਂ ਕਿਸਾਨਾਂ ਨੂੰ ਬਚਾ ਸਕੀਏ ਅਤੇ ਕਿਸਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਹੋ ਸਕੇ। ਇਸ ਤੋਂ ਬਾਅਦ ਸਾਡਾ ਇੱਕ ਹੋਰ ਮੈਂਡੇਟ ਹੈ ਕਿ ਪੰਜਾਬ ਦੀ ਜਿਹੜੀ ਹਾਰਟੀਕਲਚਰ ਇੰਡਸਟਰੀ ਹੈ ਦੇ ਨਾਲ ਜੁੜੇ ਅਦਾਰੇ ਹੈ, ਜਿੱਦਾਂ ਹਾਰਟੀਕਲਚਰ ਡਿਪਾਰਟਮੈਂਟ ਹੈ ਜਾਂ ਪੰਜਾਬ ਮੰਡੀ ਬੋਰਡ ਹੈ ਜਾਂ ਪੰਜਾਬ ਐਗਰੋ ਹੈ, ਇਹਨਾਂ ਨਾਲ ਅਸੀਂ ਬਿਲਕੁਲ ਤਾਲਮੇਲ ਬਣਾ ਕੇ ਇਹਨਾਂ ਨੂੰ ਅਸੀਂ ਗਾਈਡ ਕਰਦੇ ਰਹਿੰਦੇ ਹਾਂ ਟਾਈਮ ਟੂ ਟਾਈਮ ਕਿ ਜੇ ਮੰਡੀਆਂ 'ਚ ਕੋਈ ਇਨਫਰਾਸਟਰਕਚਰ ਲਗਾਉਣਾ, ਤੁਸੀਂ ਕੋਲਡ ਸਟੋਰ ਲਗਾਉਣਾ ਜਾਂ ਕੋਈ ਗ੍ਰੇਡਿੰਗ ਲਾਈਨ ਲਗਾਉਣੀ ਹੈ ਜਾਂ ਕੋਈ ਪੈਕ ਹਾਊਸ ਲਗਾਉਣਾ ਹੈ, ਤਾਂ ਉਹਦੇ ਬਾਰੇ ਅਸੀਂ ਟੈਕਨੀਕਲ ਐਡਵਾਈਸ ਇਹਨਾਂ ਨੂੰ ਦਿੰਦੇ ਰਹਿੰਦੇ ਹਾਂ ਜੀ। ਸੋ ਸਾਡੇ 4 ਮੁੱਖ ਮੈਂਡੇਟ ਹੈ ਇਸ ਸੈਂਟਰ ਦੇ, ਜਿਹੜੇ ਕਿ ਅਸੀਂ ਕਿਸਾਨਾਂ ਦੇ ਨਾਲ ਜਾਂ ਐਂਟਰਪ੍ਰੀਨਿਅਰਸ ਦੇ ਨਾਲ ਬਿਲਕੁਲ ਤਾਲਮੇਲ ਬਣਾ ਕੇ ਚੱਲ ਰਹੇ ਹਾਂ। ਸੋ ਤੁਹਾਡੇ ਸੈਂਟਰ ਦੇ ਡਾਕਟਰ ਸਾਹਿਬ 4 ਮੈਂਡੇਟ ਨੇ ਜੋ ਕਿ ਤੁਸੀਂ ਕਿਸਾਨਾਂ ਦੇ ਨਾਲ, ਐਂਟਰਪ੍ਰੀਨਿਅਰਸ ਦੇ ਨਾਲ ਔਰ ਬਹੁਤ ਸਾਰੇ ਸਰਕਾਰੀ ਵਿਭਾਗਾਂ ਦੇ ਨਾਲ ਤਾਲਮੇਲ ਕਰਕੇ ਇਹਨਾਂ ਨੂੰ ਲਾਗੂ ਕਰ ਰਹੇ ਹੋ ਜੀ। ਡਾਕਟਰ ਸਾਹਿਬ, ਆਪਾਂ ਗੱਲ ਕੀਤੀ ਆ ਵੀ ਜਦੋਂ ਆਪਾਂ ਫਸਲ ਦੀ ਵਾਢੀ ਕਰਦੇ ਹਾਂ ਕਿ ਮੰਡੀ ਤੱਕ ਪਹੁੰਚਣ ਤੱਕ ਜਿਹੜੇ 40% ਜਿਹੜੀ ਉਹਦੀ ਵੇਸਟੇਜ ਹੋ ਜਾਂਦੀ ਹੈ, ਔਰ ਇਹਦੇ ਨਾਲ ਹੀ ਜਿਹੜਾ ਕਿਸਾਨ ਆ ਉਹਨੂੰ ਬਹੁਤ ਸਾਰਾ ਘਾਟਾ ਵੀ ਪੈਂਦਾ, ਕਿਉਂਕਿ ਅੱਜ ਗੱਲ ਹੋ ਰਹੀ ਹੈ ਕਿ ਖੇਤੀ ਦੇ ਵਿੱਚ ਅਸੀਂ ਖਰਚੇ ਵੀ ਘਟਾਉਣੇ ਆ ਅਤੇ ਮੁਨਾਫਾ ਵੀ ਕਮਾਉਣਾ। ਇਹ ਜਿਹੜੀ 40% ਦੀ ਵੇਸਟੇਜ ਆ, ਇਹ ਕਿਸ ਲੈਵਲ 'ਤੇ ਹੁੰਦੀ ਆ, ਇਹਨੂੰ ਆਪਾਂ ਰੋਕ ਕਿੱਦਾਂ ਸਕਦੇ ਹਾਂ? ਜਦੋਂ ਹੁਣ ਅੱਜ ਕੱਲ੍ਹ ਕਿੰਨੂ ਹੈ, ਅਸੀਂ ਹਮੇਸ਼ਾ ਕਿਸਾਨਾਂ ਨੂੰ ਟ੍ਰੇਨਿੰਗ ਦਿੰਦੇ ਰਹਿੰਦੇ ਹਾਂ ਕਿ ਕਿੰਨੂ ਦੀ ਤੁੜਾਈ ਕਰਨੀ ਹਮੇਸ਼ਾ ਤੁਸੀਂ ਕਲਿੱਪਰ ਦੇ ਨਾਲ ਕਰੋ, ਕੈਂਚੀ ਦੇ ਨਾਲ ਕਰੋ, ਉਹਨੂੰ ਕਦੇ ਖਿੱਚ ਕੇ ਨਾ ਤੋੜੋ। ਜੇ ਇਹ ਕਿੰਨੂ ਨੂੰ ਖਿੱਚ ਕੇ ਤੋੜਾਂਗੇ ਅਤੇ ਉਹਦੇ ਨਾਲ ਜਿਹੜੀ ਡੰਡੀ ਹੁੰਦੀ ਹੈ ਉਹ ਕਿੰਨੂ ਤੋਂ ਇਹ ਡੰਡੀ ਲੱਥ ਗਈ ਜੀ, ਅਤੇ ਇੱਥੇ ਫਿਰ ਇਨਫੈਕਸ਼ਨ ਦੇ ਚਾਂਸ ਹੁੰਦੇ ਆ।
ਜੇ ਇੱਕ ਵੀ ਕਿੰਨੂ ਖਰਾਬ ਕਿੰਨੂ ਪੇਟੀ ਦੇ ਵਿੱਚ ਬੰਦ ਹੋ ਕੇ ਜੇ ਚਲਾ ਗਿਆ ਤਾਂ ਮੰਡੀ ਪਹੁੰਚਦੇ ਹੋ ਸਕਦਾ 10 ਕਿਲੋ ਦੀ ਸਾਰੀ ਪੇਟੀ ਖਰਾਬ ਹੋ ਜਾਏ। ਇਸੇ ਤਰ੍ਹਾਂ ਕਿਸਾਨਾਂ ਨੂੰ ਹਾਲੇ ਤੱਕ ਅਸੀਂ ਕਹਿੰਦੇ ਕਿ ਡੱਬੇ 'ਚ ਪੈਕ ਕਰੋ, ਤੁਸੀਂ ਫਰੂਟ ਕ੍ਰੇਟਾਂ 'ਚ ਪੈਕ ਕਰਕੇ ਲੈ ਕੇ ਜਾਓ, ਪਰ ਹਾਲੇ ਵੀ ਤੱਕ ਬਹੁਤ ਸਾਰੇ ਕਿਸਾਨ ਜਿਹੜੇ ਬੋਰੀਆਂ ਦਾ ਹੀ ਇਸਤੇਮਾਲ ਕਰ ਰਹੇ ਹੈ। ਸੋ ਇਹ ਛੋਟੇ ਛੋਟੇ ਨੁਕਤੇ ਹੈ ਜਿੱਥੇ ਥੋੜ੍ਹੀ ਜਿਹੀ ਅਣਗਹਿਲੀ ਦੇ ਕਾਰਨ ਇਹ ਨੁਕਸਾਨ ਨੂੰ ਲੈ ਕੇ ਚਲੇ ਜਾਂਦੇ ਹੈ ਜੀ। ਸੋ ਇਹ 40% 25 ਤੋਂ 30% ਜਿਹੜਾ ਨੁਕਸਾਨ ਦੀ ਗੱਲ ਕੀਤੀ ਹੈ, ਅਗਰ ਇਹ ਅਸੀਂ ਆਪਣੀ ਤੁੜਾਈ ਦੇ ਢੰਗ, ਪੈਕਿੰਗ ਦੇ ਢੰਗ, ਸਟੋਰ ਕਰਨ ਦੇ ਢੰਗ ਥੋੜ੍ਹੇ ਜਿਹੇ ਇਹਨਾਂ ਨੂੰ ਇੰਪਰੂਵ ਕਰ ਲਈਏ ਤਾਂ ਇਹ ਸਾਰਾ ਨੁਕਸਾਨ ਜਿਹੜਾ ਅਸੀਂ ਬਚ ਸਕਦੇ ਹਾਂ ਅਤੇ ਕਿਸਾਨ ਨੂੰ ਜ਼ਿਆਦਾ ਤੋਂ ਜ਼ਿਆਦਾ ਇਹਦਾ ਫਾਇਦਾ ਹੋ ਸਕਦਾ ਜੀ। ਜੀ ਡਾਕਟਰ ਸਾਹਿਬ, ਇਹ ਤਾਂ ਹੋਏ ਫਲਾਂ ਦੇ ਜਿਹੜੇ ਤੁਸੀਂ ਦੱਸਿਆ ਵੀ ਨੁਕਸਾਨ, ਜਦੋਂ ਅਸੀਂ ਤੋੜਨ ਦੇ ਵਿੱਚ ਛੋਟੀ ਜਿਹੀ ਗਲਤੀ ਕਰ ਦਿੰਦੇ ਆ ਤੇ ਨੁਕਸਾਨ ਹੋ ਜਾਂਦਾ। ਸਬਜ਼ੀਆਂ 'ਚ ਕਿਸ ਤਰ੍ਹਾਂ ਦੇ ਨੁਕਸਾਨ ਹੁੰਦੇ ਆਪਣੇ? ਸਬਜ਼ੀਆਂ 'ਚ ਵੀ ਇਹ ਹੈ ਜੀ, ਦੇਖਦੇ ਹਾਂ ਕਿ ਬਹੁਤ ਸਾਰੀਆਂ ਸਬਜ਼ੀਆਂ ਜਿਹੜੀਆਂ ਬੋਰੀ 'ਚ ਪੈਕ ਹੋ ਕੇ ਆ ਰਹੀਆਂ ਨੇ ਜੀ, ਜਦ ਕਿ ਹੁਣ ਮੈਂ ਤੁਹਾਨੂੰ ਦੱਸਦਾ ਕਿ ਪਲਾਸਟਿਕ ਦੀ ਕਰੇਟ ਹੈ, ਇਹਦੇ 'ਤੇ ਸਰਕਾਰ ਵੱਲੋਂ ਮੇਰੇ ਕੋਲ 25% ਸਬਸਿਡੀ ਹੈ। ਕੋਈ ਵੀ ਕਿਸਾਨ ਆਪਣੇ ਬਾਗਬਾਨੀ ਅਫਸਰ ਦੇ ਨਾਲ ਤਾਲਮੇਲ ਕਰਕੇ ਜਾਂ ਖੇਤੀਬਾੜੀ ਅਫਸਰ ਦੇ ਨਾਲ ਤਾਲਮੇਲ ਕਰਕੇ ਇਹ ਸਬਸਿਡੀ ਦਾ ਫਾਇਦਾ ਲੈ ਸਕਦਾ ਹੈ। ਅਸੀਂ ਤਾਂ ਹਮੇਸ਼ਾ ਇਹ ਕਹਿੰਦੇ ਕਿ ਜਿਹੜੀ ਵੀ ਸਬਜ਼ੀ ਹੈ ਉਹ ਕਰੇਟਾਂ 'ਚ ਪੈਕ ਕਰਕੇ ਹੀ ਮੰਡੀ ਤੱਕ ਲੈ ਕੇ ਜਾਓ ਜੀ। ਜੇ ਬੋਰੀ 'ਚ ਲੈ ਕੇ ਜਾਓਗੇ ਤਾਂ ਉਹਦੇ 'ਚ ਵੀ ਇਹ ਹੁੰਦਾ ਕਿ ਜਦੋਂ ਗੋਭੀ ਹੈ, ਤੁਹਾਨੂੰ ਮੈਂ ਦੱਸਦਾ ਕਿ ਗੋਭੀ ਅਸੀਂ ਤੋੜਦੇ ਸਫੇਦ ਹੈ, ਪਰ ਜਦ ਉਸ ਨੂੰ ਬੋਰੀ 'ਚ ਪੈਕ ਕਰਦੇ ਹਾਂ ਤਾਂ ਸਾਰੀ ਗੋਭੀ ਕਾਲੀ ਹੋ ਜਾਂਦੀ ਹੈ। ਜਿਸ ਗੋਭੀ ਦਾ ਵੈਲਿਊ 1 ਰੁਪਇਆ ਹੈ ਉਹ ਕਾਲੀ ਹੋਣ ਦੇ ਕਾਰਨ 50 ਪੈਸੇ ਰਹਿ ਜਾਂਦੀ ਵੈਲਿਊ, ਤਾਂ 50% ਨੁਕਸਾਨ ਤਾਂ ਇਹੀ ਹੋ ਗਿਆ ਜੀ। ਸੋ ਜੇ ਸਾਡੇ ਪੈਕਿੰਗ ਦੇ ਤਰੀਕੇ ਇੰਪਰੂਵ ਹੋ ਗਏ, ਇਹਨਾਂ ਨੂੰ ਸੁਧਾਰ ਲਈਏ ਤਾਂ ਮੇਰੇ ਖਿਆਲ ਕਾਫੀ ਹੱਦ ਤੱਕ ਅਸੀਂ ਇਹ ਨੁਕਸਾਨ ਜਿਹੜਾ ਹੋਣ ਵਾਲਾ ਨੁਕਸਾਨ ਹੈ ਇਸ ਤੋਂ ਬਚ ਸਕਦੇ ਹਾਂ। ਡਾਕਟਰ ਸਾਹਿਬ, ਤੁਸੀਂ ਇਸ ਸੰਸਥਾ ਦੇ ਡਾਇਰੈਕਟਰ ਹੋ, ਸੁਭਾਵਿਕ ਹੈ ਤੁਹਾਡੀ ਇੱਕ ਟੀਮ ਬਣੀ ਹੋਈ ਹੈ। ਹਾਂਜੀ, ਤੁਸੀਂ ਬਤੌਰ ਡਾਇਰੈਕਟਰ ਜਿਹੜੀ ਤੁਹਾਡੀ ਟੀਮ ਹੈ ਉਹ ਕਿਸਾਨਾਂ ਨੂੰ ਜਾਣਕਾਰੀ ਕਿਸ ਤਰ੍ਹਾਂ ਦਿੰਦੀ ਔਰ ਤੁਹਾਡੀ ਟੀਮ ਦਾ ਕੀ ਯੋਗਦਾਨ ਹੈ ਇਹਦੇ ਵਿੱਚ? ਸਾਡੇ ਦੇਖੋ ਜੀ, ਰੈਗੂਲਰ ਟ੍ਰੇਨਿੰਗ ਪ੍ਰੋਗਰਾਮ 3 ਸੰਸਥਾਵਾਂ ਤੁਹਾਨੂੰ ਦੱਸੀਆਂ, ਪੰਜਾਬ ਆਪਣਾ ਹਾਰਟੀਕਲਚਰ ਡਿਪਾਰਟਮੈਂਟ, ਪੰਜਾਬ ਮੰਡੀ ਬੋਰਡ ਅਤੇ ਪੰਜਾਬ ਐਗਰੋ ਦੇ ਨਾਲ, ਔਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਨਾਲ ਸਾਡੇ ਰੈਗੂਲਰ ਟ੍ਰੇਨਿੰਗ ਪ੍ਰੋਗਰਾਮ ਚੱਲਦੇ ਰਹਿੰਦੇ ਹੈ। ਕਈ ਵਾਰ ਅਸੀਂ ਟ੍ਰੇਨਿੰਗ ਪ੍ਰੋਗਰਾਮ ਖੇਤਾਂ 'ਚ ਜਾ ਕੇ ਵੀ ਦਿੰਦੇ ਹਾਂ, ਔਰ ਕਈ ਵਾਰ ਬਾਗਬਾਨੀ ਅਫਸਰ ਕਿਸਾਨਾਂ ਦੀ ਟੀਮ ਲੈ ਕੇ ਸਾਡੇ ਸੈਂਟਰ 'ਚ ਵੀ ਆਉਂਦੇ ਆ, ਔਰ ਇੱਥੇ ਅਸੀਂ ਹੈਂਡਜ਼ ਔਨ ਟ੍ਰੇਨਿੰਗ ਦਿੰਦੇ ਹਾਂ ਉਹਨਾਂ ਨੂੰ ਕਿ ਫਲਾਂ ਨੂੰ ਕਿਸ ਤਰ੍ਹਾਂ ਤੁੜਾਈ ਕਰਨੀ ਹੈ, ਕਿਸ ਤਰ੍ਹਾਂ ਗ੍ਰੇਡਿੰਗ ਕਰਨੀ ਹੈ, ਕਿਸ ਤਰ੍ਹਾਂ ਪੈਕਿੰਗ ਕਰਨੀ ਉਹਨਾਂ ਦੀ, ਕਿਸ ਤਰ੍ਹਾਂ ਸਟੋਰ ਕਰਨਾ ਔਰ ਕਿਸ ਤਰ੍ਹਾਂ ਉਹਨਾਂ ਦਾ ਮੰਡੀਕਰਨ ਕਰਨਾ ਹੈ ਜੀ। ਸੋ ਸਾਡੇ ਟ੍ਰੇਨਿੰਗ ਪ੍ਰੋਗਰਾਮ ਰੈਗੂਲਰ ਚੱਲਦੇ ਰਹਿੰਦੇ ਹੈ, ਔਰ ਮੈਂ ਤਾਂ ਹਮੇਸ਼ਾ ਤੁਹਾਡੇ ਜ਼ਰੀਏ ਵੀ ਕਹਿਣਾ ਚਾਹੂँਗਾ ਕਿ ਜਿਹੜਾ ਵੀ ਕਿਸਾਨ ਕੋਈ ਟ੍ਰੇਨਿੰਗ ਲੈਣਾ ਚਾਹੁੰਦਾ ਹੈ ਉਹ ਆਪਣੇ ਹਲਕੇ ਦੇ ਬਾਗਬਾਨੀ ਅਫਸਰ ਜਾਂ ਖੇਤੀਬਾੜੀ ਅਫਸਰ ਦੇ ਨਾਲ ਤਾਲਮੇਲ ਕਰਕੇ ਸਾਡੇ ਨਾਲ ਇਸ ਟ੍ਰੇਨਿੰਗ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਆ। ਦੱਸੋ, ਤੁਸੀਂ ਟ੍ਰੇਨਿੰਗ ਪ੍ਰੋਗਰਾਮ ਦੀ ਗੱਲ ਕੀਤੀ, ਮੈਂ ਇਸ ਤੋਂ ਪਹਿਲਾਂ ਇੱਕ ਸਵਾਲ ਕੀਤਾ ਸੀ ਕਿ ਜਿਹੜੀ ਤੁਹਾਡੀ ਟੀਮ ਹੈ ਉਹ ਟੀਮ ਦੇ ਵਿੱਚ ਜਿਹੜੇ ਤੁਹਾਡੇ ਸੈਗਮੈਂਟ ਆ, ਕਿਸ ਕਿਸ ਪ੍ਰੋਗਰਾਮ ਦੇ ਬਾਰੇ ਤੁਸੀਂ ਅਲੱਗ-ਅਲੱਗ ਫੀਲਡ ਨੂੰ ਜਿਹੜਾ ਦੇਖ ਰਹੇ ਹੋ? ਹਾਂ, ਸਾਡੇ ਕੋਲ 5 ਸਾਇੰਟਿਸਟ ਹੈ ਜੀ। ਇੱਕ ਸਾਡੇ ਕੈਮਿਸਟ ਹੈ ਜਿਹੜਾ ਕਿ ਕੁਆਲਿਟੀ ਐਨਾਲਿਸਿਸ, ਜਿਹਨੇ ਸਾਡੇ ਫਰੈਸ਼ ਫਰੂਟ ਜਾਂ ਵੈਜੀਟੇਬਲਸ ਜਾਂ ਉਹਨਾਂ ਦੇ ਪ੍ਰੋਡਕਟਸ, ਉਹਨਾਂ ਦੀ ਟੈਸਟਿੰਗ ਵਾਸਤੇ ਉਹ ਸਾਡੇ ਇੱਕ ਪੋਸਟ ਕੈਮਿਸਟ ਦੀ ਹੈ ਜੀ। ਇਸੇ ਤਰ੍ਹਾਂ ਬਹੁਤ ਸਾਰੇ ਜਿਹੜੇ ਅਸੀਂ ਵੈਲਿਊ ਐਡਿਡ ਪ੍ਰੋਡਕਟ ਬਣਾਉਂਦੇ ਹਾਂ, ਜਿਸ ਤਰ੍ਹਾਂ ਕੋਈ ਜੈਮ ਬਣਾਇਆ, ਜੈਲੀ ਬਣਾਈ ਹੈ, ਉਹਦੇ 'ਚ ਵੀ ਕਈ ਵਾਰ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਮਾਈਕਰੋਬਾਇਓਲੋਜੀਕਲ ਪ੍ਰੋਬਲਮ ਆ ਗਈ ਤਾਂ ਸਾਡੇ ਕੋਲ ਇੱਕ ਮਾਈਕਰੋਬਾਇਓਲੋਜਿਸਟ ਹੈ ਜੀ। ਇਸੇ ਤਰ੍ਹਾਂ ਸਾਡੇ ਕੋਲ ਜਿੱਦਾਂ ਅਸੀਂ ਡੱਬੇ ਦੀ ਗੱਲ ਕਰ ਰਹੇ, ਡੱਬਾ ਡਿਜ਼ਾਈਨ ਕਰਨਾ ਕੋਈ ਜਾਂ ਅਸੀਂ ਕੋਈ ਕੋਲਡ ਸਟੋਰ ਡਿਜ਼ਾਈਨ ਕਰਨਾ ਤਾਂ ਸਾਡੇ ਕੋਲ ਇੱਕ ਪ੍ਰੋਸੈਸਿੰਗ ਐਂਡ ਫੂਡ ਇੰਜੀਨੀਅਰ ਹੈ ਜੀ। ਔਰ ਇਸੇ ਤਰ੍ਹਾਂ ਸਾਡੇ ਕੋਲ ਇੱਕ ਵੈਜੀਟੇਬਲ ਦਾ ਸਾਇੰਟਿਸਟ, ਜੇ ਫਲ ਸਬਜ਼ੀਆਂ ਦੇ ਕੋਈ ਸਾਡੇ ਲਈ ਮਤਲਬ ਕੋਈ ਅਸੀਂ ਕੋਈ ਦੀ ਸਾਂਭ ਸੰਭਾਲ ਦੀ ਬਾਰੇ ਗੱਲ ਕਰਨੀ ਹੈ ਤੇ ਵੈਜੀਟੇਬਲ ਟੈਕਨੋਲੋਜਿਸਟ ਜੀ, ਉਹ ਪੋਸਟ ਹੈ ਸਾਡੇ ਕੋਲ। ਸੋ ਇਹ ਕੰਪਲੀਟ ਸਾਡੇ ਕੋਲ 5 ਸਾਇੰਟਿਸਟ ਦੀ ਟੀਮ ਹੈ ਜਿਹੜੀ ਕਿ ਵੱਖ-ਵੱਖ ਵਿਸ਼ੇ 'ਤੇ ਅਸੀਂ ਰਲ ਮਿਲ ਕੇ ਕਿਸਾਨਾਂ ਨੂੰ ਵੱਖ-ਵੱਖ ਵਿਸ਼ੇ ਦੇ ਟ੍ਰੇਨਿੰਗ ਪ੍ਰੋਗਰਾਮ ਦਿੰਦੇ ਰਹਿੰਦੇ ਜੀ। ਸੋ ਡਾਕਟਰ ਸਾਹਿਬ, ਗੱਲ ਕਰੀਏ ਵੀ ਤੁਹਾਡੇ ਕੋਲ ਕੰਪਲੀਟ ਪੈਕੇਜ ਆ ਜਿਹੜਾ ਤੁਸੀਂ ਕਿਸਾਨਾਂ ਨੂੰ ਦੇ ਰਹੇ ਹੋ, ਔਰ ਹਰ ਕੁਆਲਿਟੀ ਕੰਟਰੋਲ ਤੋਂ ਲੈ ਕੇ ਜਿਹੜਾ ਹੈ ਪੈਕਿੰਗ ਤੱਕ ਹਰ ਇੱਕ ਫੀਲਡ ਦੇ ਵਿੱਚ ਜਿਹੜੀ ਕਿਸਾਨਾਂ ਨੂੰ ਵਧੀਆ ਜਾਣਕਾਰੀ ਜਿਹੜੀ ਮੁਹੱਈਆ ਕਰਾ ਰਹੇ ਹੋ। ਡਾਕਟਰ ਸਾਹਿਬ, ਜੇ ਆਪਾਂ ਅੱਜ ਖੇਤੀਬਾੜੀ ਸੈਕਟਰ ਦੀ ਗੱਲ ਕਰੀਏ, ਅਸੀਂ ਹਰੀ ਕ੍ਰਾਂਤੀ ਵੀ ਲੈ ਕੇ ਆਂਦੀ, ਅਸੀਂ ਪੀਲੀ ਵੀ ਲੈ ਕੇ ਆਂਦੀ, ਅਸੀਂ ਚਿੱਟੀ ਕ੍ਰਾਂਤੀ ਵੀ ਲੈ ਕੇ ਆਂਦੀ। ਕ੍ਰਾਂਤੀ ਜ਼ਰੂਰ ਆਈ, ਪਰ ਅੱਜ ਚੁਣੌਤੀਆਂ ਸਾਡੇ ਸਾਹਮਣੇ ਨੇ, ਮੁਸ਼ਕਲਾਂ ਵੀ ਸਾਨੂੰ ਆ ਰਹੀਆਂ ਨੇ। ਪਾਣੀ ਦੀ ਜੇ ਗੱਲ ਕਰੀਏ, ਪਾਣੀ ਦਾ ਪੱਧਰ ਘਟ ਰਿਹਾ, ਔਰ ਇੱਕ ਜਿਹੜਾ ਖਤਰਨਾਕ ਪਹਿਲੂ ਇਹ ਹੈ ਕਿ ਪਾਣੀ ਜਿਹੜਾ ਉਹ ਪੋਲਿਊਟ ਵੀ ਹੋ ਰਿਹਾ, ਮੀਨ ਕਿ ਉਹ ਪਾਣੀ ਜਿਹੜਾ ਆ ਖੇਤੀ ਲਈ, ਸਿੰਚਾਈ ਲਈ ਜਿਹੜਾ ਆ ਉਹ ਫਿੱਟ ਨਹੀਂ ਹੈ। ਪਾਣੀ ਦੀ ਜੇ ਗੱਲ ਕਰੀਏ ਵੀ ਜਿਹੜਾ ਖਰਾਬ ਪਾਣੀ ਆ ਉਹਦੀ ਗੁਣਵੱਤਾ ਦੀ ਅਸੀਂ ਜਾਂਚ ਕਿਸ ਤਰ੍ਹਾਂ ਕਰਦੇ ਹਾਂ, ਔਰ ਅਗਰ ਖਰਾਬ ਪਾਣੀ ਖੇਤ ਨੂੰ ਲੱਗ ਜਾਵੇ, ਫਸਲ ਨੂੰ ਲੱਗ ਜਾਵੇ ਤਾਂ ਉਹਦੇ ਨੁਕਸਾਨ ਕੀ ਹੈ? ਸਾਡੇ ਕੋਲ ਜਿੱਦਾਂ ਮੈਂ ਕਿਹਾ, ਸਾਡੇ ਕੋਲ ਇੱਕ ਬਹੁਤ ਵਰਲਡ ਕਲਾਸ ਲੈਬੋਰਟਰੀ ਹੈ ਜੀ, ਜਿੱਥੇ ਅਸੀਂ ਪਾਣੀ ਅਤੇ ਭੋਜਨ ਦੀ ਜੇ ਪਦਾਰਥ ਜਿਹੜੇ ਹੈਗੇ ਉਹਨਾਂ ਦੀ ਟੈਸਟਿੰਗ ਕਰਦੇ ਹਾਂ, ਔਰ ਉਹ ਲੈਬੋਰਟਰੀ ਸਾਡੀ NABL ਵੱਲੋਂ ਸਰਟੀਫਾਈਡ ਹੈ ਜੀ। ਔਰ ਮੇਰੇ ਖਿਆਲ 'ਚ ਪੰਜਾਬ 'ਚ ਸ਼ਾਇਦ 2 ਲੈਬੋਰਟਰੀਆਂ ਨੇ, ਇੱਕ ਚੰਡੀਗੜ੍ਹ ਹੈ ਅਤੇ ਇੱਕ ਸਾਡੀ ਲੈਬੋਰਟਰੀ ਹੈ।
ਜਿੱਥੇ ਅਸੀਂ ਕੰਪਲੀਟ ਪਾਣੀ ਦੀ ਅਤੇ ਭੋਜਨ ਦੀ ਟੈਸਟਿੰਗ ਦੀ ਫੈਸਿਲਿਟੀ ਅਸੀਂ ਕਿਸਾਨਾਂ ਨੂੰ ਜਾਂ ਜੋ ਹੋਰ ਵੀ ਕੋਈ ਮਤਲਬ ਇਹ ਫੈਸਿਲਿਟੀ ਲੈਣਾ ਚਾਹੁੰਦਾ ਇਹ ਸਾਡੇ ਕੋਲ ਅਵੇਲੇਬਲ ਹੈ। ਔਰ ਇਹ ਲੈਬੋਰਟਰੀ 'ਚ ਵਰਲਡ ਕਲਾਸ ਇੰਸਟਰੂਮੈਂਟ ਲੱਗੇ ਹੋਏ ਜੀ, ਜਿਹਦੇ ਮੈਂ ਤੁਹਾਨੂੰ ਇੱਕ ਇੰਸਟਰੂਮੈਂਟ ਦਾ ਨਾਮ ਲੈਂਦਾ ICP-MS ਹੈ ਸਾਡੇ ਕੋਲ, ਇੰਡਕਟਿਵ ਕਪਲਡ ਪਲਾਜ਼ਮਾ ਮਾਸ ਸਪੈਕਟ੍ਰੋਫੋਟੋਮੀਟਰ। ਇਹ ਇੰਸਟਰੂਮੈਂਟ ਸਾਡੀ ਲੈਬੋਰਟਰੀ 'ਚ ਲੱਗੇ ਹੋਏ ਹੈ, ਜਿਹਦੇ ਨਾਲ ਅਸੀਂ ਕੰਪਲੀਟ ਪਾਣੀ ਦੀ ਜਿਹੜੀ ਟੈਸਟਿੰਗ ਹੈ, ਮਤਲਬ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਪਾਣੀ ਖਰਾਬ ਆ ਰਿਹਾ ਅੱਜ ਕੱਲ੍ਹ, ਇਹਦੇ 'ਚ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈਵੀ ਮੈਟਲ ਦੀ। ਹੈਵੀ ਮੈਟਲ ਜਿਹਦਾ ਆਰਸੈਨਿਕ ਹੈ, ਮਰਕਰੀ ਹੈ, ਨਿਕਲ ਹੈ, ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਹਾਨੀਕਾਰਕ ਪਦਾਰਥ ਹੈ ਜਿਹੜੇ ਕਿ ਪਾਣੀ ਦੇ ਵਿੱਚ ਹੁੰਦੇ ਹੈ। ਉਹ ਸਾਨੂੰ ਪੀਣ ਵਾਸਤੇ ਵੀ ਖਰਾਬ ਹੈ, ਸਾਡੀ ਸਿਹਤ ਨੂੰ ਖਰਾਬ ਕਰਦੇ ਹੈ। ਔਰ ਜੇ ਇਹ ਪਾਣੀ ਇਰੀਗੇਸ਼ਨ ਲੈ ਕੇ ਜਾਈਏ ਤਾਂ ਹੋ ਸਕਦਾ ਫਸਲ ਨੂੰ ਵੀ ਖਰਾਬ ਕਰਨਾ। ਸੋ ਇਹ ਸਾਰੀ ਟੈਸਟਿੰਗ ਤੁਹਾਨੂੰ ਸਾਡੇ ਸੈਂਟਰ 'ਚ ਮਿਲ ਸਕਦੀ ਹੈ। ਔਰ ਇੱਕ ਹੋਰ ਮੈਂ ਇਹਦੇ 'ਚ ਦੱਸਣਾ ਚਾਹੁੰਦਾ, ਇਹ ਬੜੇ ਨੋਮੀਨਲ ਰੇਟ 'ਚ ਅਸੀਂ ਪ੍ਰੋਵਾਈਡ ਕਰ ਰਹੇ ਹਾਂ। ਜੀ ਸਾਡੀ ਰੇਟ ਲਿਸਟ ਬਣੀ ਹੈ, ਕਿਸਾਨਾਂ ਲਈ ਅਲੱਗ ਹੈ ਔਰ ਇੰਡਸਟਰੀ ਵਾਸਤੇ ਅਲੱਗ ਹੈ ਜੀ। ਮਤਲਬ ਕਿਸਾਨਾਂ ਲਈ 50% ਦੇ ਅਸੀਂ ਸਬਸਿਡੀ ਦਿੱਤੀ ਹੈ ਇਹਦੇ 'ਚ ਜੀ। ਜੇ ਉਹਦੇ 'ਚ 100 ਰੁਪਇਆ ਰੇਟ ਹੈ ਇੰਡਸਟਰੀ ਵਾਸਤੇ, ਕਿਸਾਨਾਂ ਲਈ 50 ਰੁਪਏ ਹੈ ਇਹਦੇ 'ਚ ਜੀ। ਅਤੇ ਹੋਰ ਵੀ ਇਹਦੇ 'ਚ ਕਈ ਪੈਕੇਜ ਦਿੱਤੇ ਅਸੀਂ। ਇਸ ਤਰ੍ਹਾਂ ਸਾਡੇ ਕੰਪਲੀਟ ਟੈਸਟਿੰਗ ਮਤਲਬ ਹੈਵੀ ਮੈਟਲ ਦੀ ਟੈਸਟਿੰਗ ਵੀ ਹੈ, ਮਾਈਕਰੋਲੋਜੀ ਦੀ ਟੈਸਟਿੰਗ ਵੀ ਹੈ, ਹੋਰ ਵੀ ਜਿਹੜੇ ਕੋਈ ਵਿਟਾਮਿਨ ਕਰਨੇ, ਮਿਨਰਲਸ ਕਰਨੇ ਹੈ, ਇਹ ਸਾਰੀ ਟੈਸਟਿੰਗ ਸਾਡੀ ਲੈਬੋਰਟਰੀ 'ਚ ਅਵੇਲੇਬਲ ਹੈ ਜੀ। ਸੋ ਡਾਕਟਰ ਸਾਹਿਬ, ਤੁਹਾਡੀ ਲੈਬੋਰਟਰੀ ਜਿਹੜੀ ਤੁਸੀਂ ਸੈਂਟਰ ਦੇ ਵਿੱਚ ਹੈ ਕਿ ਉਹ ਇੱਕ ਵਰਲਡ ਕਲਾਸ ਲੈਵਲ ਦੀ ਲੈਬੋਰਟਰੀ ਹੈ, ਜਿੱਥੇ ਤੁਸੀਂ ਪਾਣੀ ਦੀ ਗੁਣਵੱਤਾ ਦੀ ਜਿਹੜੀ ਜਾਂਚ ਕਰਦੇ ਹੋ। ਹਾਂਜੀ, ਬੜੇ ਨੋਮੀਨਲ ਰੇਟ ਨੇ ਤੁਸੀਂ ਦੱਸਿਆ। ਡਾਕਟਰ ਸਾਹਿਬ, ਇੰਡਸਟਰੀ ਲਈ ਵੀ ਆਪਾਂ ਨੂੰ ਪਾਣੀ ਦੀ ਲੋੜ ਹੈ, ਉੱਥੇ ਵੀ ਆਪਾਂ ਪਾਣੀ ਚੈੱਕ ਕਰਦੇ ਹਾਂ। ਆਮ ਤੌਰ 'ਤੇ ਦੇਖਿਆ ਗਿਆ ਕਿ ਜਿਹੜੇ ਸੀਵਰੇਜ ਟ੍ਰੀਟਮੈਂਟ ਪਲਾਂਟ ਨੇ ਉੱਥੇ ਵੀ ਜਿਹੜਾ ਪਾਣੀ ਆ ਉਹ ਟ੍ਰੀਟ ਕਰਨ ਤੋਂ ਬਾਅਦ ਚੈੱਕ ਕੀਤਾ ਜਾਂਦਾ। ਘਰੇਲੂ ਪੱਧਰ 'ਤੇ ਵੀ ਪਾਣੀ ਦੀ ਆਪਾਂ ਨੂੰ ਲੋੜ ਆ। ਤੁਹਾਨੂੰ ਕੀ ਲੱਗਦਾ ਕਿ ਜੋ ਪਾਣੀ ਅੱਜ ਅਸੀਂ ਵਰਤੋਂ ਕਰ ਰਹੇ ਹਾਂ ਉਹ ਪਾਣੀ ਦੇ ਵਿੱਚ ਕਿੰਨੀ ਕੁ ਜਿਹੜੀ ਗੁਣਵੱਤਾ ਉਹ ਸਹੀ ਹੈ? ਜੇ ਇਰੀਗੇਸ਼ਨ ਵਾਸਤੇ ਵੀ ਤੁਸੀਂ ਪਾਣੀ ਯੂਜ਼ ਕਰਨਾ ਤਾਂ ਮੈਂ ਸ਼ਾਇਦ ਕਹੂੰਗਾ ਕਿ ਟੈਸਟ ਕਰਕੇ ਹੀ ਯੂਜ਼ ਕੀਤਾ ਜਾਏ ਜੀ, ਕਿਉਂਕਿ ਬਹੁਤ ਸਾਰੇ ਚਾਂਸਿਸ ਹੈ ਸਾਡਾ ਜਿਹੜਾ ਗਰਾਊਂਡ ਵਾਟਰ ਪੋਲਿਊਟ ਹੋ ਚੁੱਕਿਆ ਹੈ। ਔਰ ਜਿੱਦਾਂ ਤੁਸੀਂ ETP STP ਪਲਾਂਟ ਦੀ ਗੱਲ ਕੀਤੀ ਹੈ, ਉਹ ਪਾਣੀ 'ਚ ਵੀ ਕਾਫੀ ਹੱਦ ਤੱਕ ਹੈਵੀ ਮੈਟਲ ਅਵੇਲੇਬਲ ਹੈ ਜੀ। ਤੋ ਜੇ ਇਹ ਪਾਣੀ ਤੁਸੀਂ ਫਸਲਾਂ ਬਸ ਇਰੀਗੇਸ਼ਨ ਲਈ ਯੂਜ਼ ਕਰਨਾ ਹੈ ਤਾਂ ਹਮੇਸ਼ਾ ਮੈਂ ਤਾਂ ਇਹ ਰਿਕਮੈਂਡ ਕਰੂੰਗਾ, ਸੁਝਾਅ ਦੂੰਗਾ ਕਿ ਇਹ ਪਾਣੀ ਟੈਸਟ ਕਰਨ ਤੋਂ ਬਾਅਦ ਹੀ ਤੁਸੀਂ ਅੱਗੇ ਦੀ ਵਰਤੋਂ ਕਰੋ। ਸੋ ਡਾਕਟਰ ਸਾਹਿਬ, ਇਹ ਹੋ ਗਿਆ ਪਾਣੀ ਦਾ। ਮੈਂ ਦੇਖਿਆ ਤੁਹਾਡੇ ਇਸ ਆਪਣੇ ਲੈਬ ਦੇ ਵਿੱਚ ਤੁਹਾਡੇ ਬਹੁਤ ਸਾਰੇ ਕੋਲਡ ਸਟੋਰ ਦੀ ਜਿਹੜੀ ਫੈਸਿਲਿਟੀ ਵੀ ਰੱਖੀ ਹੋਈ ਤੁਸੀਂ ਬਣਾਈ। ਇਹਨਾਂ ਵਿੱਚ ਤੁਸੀਂ ਕੀ ਟ੍ਰੇਨਿੰਗ ਦਿੰਦੇ ਹੋ? ਪੰਜਾਬ 'ਚ ਕੇਲਾ, ਅੰਬ, ਪਪੀਤਾ 12 ਮਹੀਨੇ 'ਚ ਜਾਂਦੀਆਂ ਨੇ। ਅੰਬ, ਕੇਲਾ ਤਾਂ ਪਪੀਤਾ, ਅੰਬ ਤਾਂ ਚਲੋ 2-3 ਮਹੀਨੇ ਦੀ ਕ੍ਰੋਪ ਹੈ ਸਾਡੀ। ਇਹ ਫਸਲ ਪਹਿਲੇ ਮਸਾਲੇ ਨਾਲ ਪਕਾਈ ਜਾਂਦੀ ਸੀ ਔਰ ਮਸਾਲਾ ਫੂਡ ਸੇਫਟੀ ਵੱਲੋਂ ਬਿਲਕੁਲ ਹੀ ਬੈਨ ਕੀਤਾ ਹੋਇਆ ਹੈ। ਪਰ ਕਿਉਂਕਿ ਇਹ ਸਹੂਲਤਾਂ ਪਹਿਲੇ ਪੰਜਾਬ 'ਚ ਅਵੇਲੇਬਲ ਨਹੀਂ ਸੀ, ਅਸੀਂ ਇਹਦੇ 'ਤੇ 2-3 ਸਾਲ ਸ਼ੋਧ ਕਰਕੇ ਔਰ ਜਿਹੜੇ ਵਰਲਡ ਕਲਾਸ ਟੈਕਨੋਲੋਜੀ ਹੈ ਕਿ ਇਸ ਨੂੰ ਮਸਾਲੇ ਤੋਂ ਬਗੈਰ ਕਿੱਦਾਂ ਪਕਾਉਣਾ ਹੈ। ਸੋ ਮਸਾਲੇ ਤੋਂ ਬਗੈਰ ਇਹਦਾ ਦੂਜਾ ਤਰੀਕਾ ਜੀ ਇਥਲੀਨ ਗੈਸ। ਇਥਲੀਨ ਗੈਸ ਜਿਹੜੀ ਹੈ ਬਿਲਕੁਲ ਹੈਲਥ ਲਈ ਸੇਫ, ਫੂਡ ਸੇਫਟੀ ਵੱਲੋਂ ਮਨਜ਼ੂਰੀ ਇਸ ਨੂੰ ਮਿਲੀ ਹੋਈ ਹੈ ਔਰ USDA ਵੱਲੋਂ ਵੀ ਇਸ ਨੂੰ ਮਨਜ਼ੂਰੀ ਮਿਲੀ ਹੋਈ ਹੈ। ਉਹ ਟੈਕਨੋਲੋਜੀ ਹੁਣ ਪੰਜਾਬ ਦੇ ਵਿੱਚ ਇੰਟਰੋਡਿਊਸ ਹੋ ਚੁੱਕੀ ਹੈ। ਕੇਲੇ ਨੂੰ ਮਸਾਲੇ ਬਜਾਏ ਅਸੀਂ ਕਹਿੰਦੇ ਕਿ ਗੈਸ ਦੇ ਨਾਲ ਪਕਾਓ, ਇਥਲੀਨ ਗੈਸ ਦੇ ਨਾਲ ਜੀ। ਸੋ ਇਹ ਸਾਰੀ ਰਿਸਰਚ ਅਸੀਂ ਆਪਣੇ ਸੈਂਟਰ 'ਚ ਕਰਨ ਤੋਂ ਬਾਅਦ ਅਸੀਂ ਪੰਜਾਬ ਮੰਡੀ ਬੋਰਡ ਨੂੰ ਇਹ ਟੈਕਨੋਲੋਜੀ ਦਿੱਤੀ। ਪੰਜਾਬ ਮੰਡੀ ਬੋਰਡ ਨੇ 12 ਮੰਡੀਆਂ 'ਚ ਇਹ ਵਰਲਡ ਕਲਾਸ ਰੈਪਨਿੰਗ ਚੈਂਬਰ ਦਾ ਮਤਲਬ ਕਿ ਫਲਾਂ ਨੂੰ ਪਕਾਉਣ ਵਾਲੇ ਚੈਂਬਰ, ਇਹ 12 ਮੰਡੀਆਂ 'ਚ ਲੱਗੇ ਹੋਏ ਹੈ, ਜਿੱਥੇ ਲੁਧਿਆਣਾ ਵੀ ਹੈ, ਜਲੰਧਰ ਵੀ ਹੈ, ਮੋਗਾ, ਫਗਵਾੜਾ, ਜਿਹੜੇ ਵੀ ਡਿਸਟ੍ਰਿਕਟ ਹੈਡਕੁਆਟਰ ਉੱਥੇ ਲੱਗੇ ਹੋਏ ਹੈ। ਔਰ ਉੱਥੇ ਜਿਹੜੇ ਵੀ ਆੜ੍ਹਤੀ ਹੈ ਆਪਣਾ ਕੇਲਾ, ਪਪੀਤਾ, ਅੰਬ ਇਹ ਗੈਸ ਦੇ ਨਾਲ ਪਕਾ ਰਿਹਾ। ਔਰ ਹੁਣ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਤੁਹਾਨੂੰ ਦੱਸ ਕੇ ਕਿ ਪੰਜਾਬ ਤੋਂ ਹੁਣ ਮਸਾਲਾ ਬਿਲਕੁਲ ਹੀ ਖਤਮ ਹੋ ਚੁੱਕਿਆ ਹੈ। ਜਿਹੜਾ ਵੀ ਕੇਲਾ, ਪਪੀਤਾ ਤੁਸੀਂ ਖਾ ਰਹੇ ਹੋ ਉਹ ਬਿਲਕੁਲ ਵਰਲਡ ਕਲਾਸ, ਜਿਹੜਾ USA ਕੇਲਾ ਪਕ ਰਿਹਾ ਜਾਂ ਯੂਰਪ 'ਚ ਕੇਲਾ ਪਕ ਰਿਹਾ, ਉਸੀ ਟੈਕਨੀਕ ਦੇ ਨਾਲ ਕੇਲਾ ਪੰਜਾਬ 'ਚ ਪਕ ਰਿਹਾ ਹੈ ਜੀ। ਔਰ ਇਹ ਸਾਰੀਆਂ ਜਿਹੜੀਆਂ ਸ਼ੋਧ ਹੈ ਉਹ ਅਸੀਂ ਆਪਣੇ ਸੈਂਟਰ 'ਚ ਕਰਨ ਤੋਂ ਬਾਅਦ ਇਹ ਅਸੀਂ ਕਿਸਾਨਾਂ ਦੇ ਹਿੱਤ ਲਈ ਜਾਂ ਵਪਾਰੀਆਂ ਦੇ ਹਿੱਤ ਲਈ ਇਹ ਰਿਕਮੈਂਡ ਕੀਤੇ ਹੋਏ ਹੈ। ਸੋ ਇੱਥੇ ਅਸੀਂ ਵੱਖ-ਵੱਖ ਵਿਸ਼ਿਆਂ 'ਤੇ, ਜਿੱਦਾਂ ਫਲਾਂ ਨੂੰ ਕਿਸ ਟੈਂਪਰੇਚਰ 'ਤੇ ਸਟੋਰ ਕਰਨਾ, ਸਬਜ਼ੀ ਨੂੰ ਕਿਸ ਟੈਂਪਰੇਚਰ 'ਤੇ ਸਟੋਰ ਕਰਨਾ, ਇਹ ਸਾਰੇ ਸਾਡੇ ਕੋਲ ਕੋਲਡ ਸਟੋਰ ਬਣੇ ਹੋਏ ਹੈ। ਇੱਥੇ ਅਸੀਂ ਸ਼ੋਧ ਕਰਕੇ ਫਿਰ ਅਸੀਂ ਇਹਨਾਂ ਨੂੰ ਕਿਸਾਨਾਂ ਤੱਕ ਲੈ ਕੇ ਜਾਂਦੇ ਆ ਜੀ। ਔਰ ਕਿਸਾਨ ਹੁਣ ਆਪਣੇ ਖੇਤਾਂ 'ਚ ਵੀ ਇਹ ਕੋਲਡ ਸਟੋਰ ਲਗਾ ਰਹੇ ਹੈ। ਸੋ ਡਾਕਟਰ ਸਾਹਿਬ, ਬਹੁਤ ਵਧੀਆ ਤੁਹਾਡਾ ਸੈਂਟਰ ਇਹ ਜਾਣਕਾਰੀ ਦੇ ਰਿਹਾ। ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਵਧੀਆ ਜਾਣਕਾਰੀ ਕਿਸਾਨ ਵੀਰਾਂ ਨੂੰ ਫਲਾਂ ਔਰ ਸਬਜ਼ੀਆਂ ਦੀ ਜਿਹੜੀ ਪੋਸਟ ਹਾਰਵੈਸਟ ਤੋਂ ਬਾਅਦ ਜਿਹੜੀ ਦੇਖ ਰੇਖ ਦੇ ਬਾਰੇ, ਪੈਕਿੰਗ ਬਾਰੇ ਜਾਣਕਾਰੀ ਦਿੱਤੀ ਹੈ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ।
ਸੋ ਕਿਸਾਨ ਦੋਸਤੋ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਗੱਲ ਕੀਤੀ ਕਿ ਪਾਣੀ ਅਤੇ ਖਾਣ ਪੀਣ ਦੀਆਂ ਵਸਤਾਂ ਦੀ ਜਿਹੜੀ ਟੈਸਟਿੰਗ ਆ ਉਹ ਇਸ ਲੈਬ ਦੇ ਵਿੱਚ ਹੁੰਦੀ ਹੈ, ਸੈਂਟਰ ਦੇ ਵਿੱਚ। ਹੁਣ ਅਸੀਂ ਪਹੁੰਚੇ ਹਾਂ ਲੈਬ ਦੇ ਵਿੱਚ ਕਿ ਇੱਥੇ ਪਾਣੀ ਦੇ ਨਮੂਨਿਆਂ ਦੀ ਜਾਂਚ ਕਿਸ ਤਰ੍ਹਾਂ ਹੁੰਦੀ ਹੈ, ਔਰ ਇਸ ਤੋਂ ਇਲਾਵਾ ਜੋ ਖਾਣ ਪੀਣ ਦੀਆਂ ਬਾਕੀ ਵਸਤਾਂ ਨੇ ਉਹਨਾਂ ਦੀ ਜਾਂਚ ਵੀ ਇੱਥੇ ਕੀਤੀ ਜਾਂਦੀ ਹੈ। ਰਿਪੋਰਟਾਂ ਜਿਹੜੀਆਂ ਉਹ ਕਿਸਾਨ ਵੀਰਾਂ ਨੂੰ ਦਿੱਤੀਆਂ ਜਾਂਦੀਆਂ ਚੈੱਕ ਕਰਨ ਤੋਂ ਬਾਅਦ। ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮਾਹਿਰ ਮੌਜੂਦ ਨੇ ਜੋ ਕਿ ਇਸ ਲੈਬ ਦੇ ਵਿੱਚ ਸਾਰੇ ਨਮੂਨਿਆਂ ਦੀ ਜਾਂਚ ਕਰਦੇ ਨੇ। ਡਾਕਟਰ ਰਿਤੂ ਟੰਡਨ ਜੀ ਜੋ ਕਿ ਕੈਮਿਸਟ ਕਮ ਕੁਆਲਿਟੀ ਮੈਨੇਜਰ ਨੇ, ਬਹੁਤ ਸਾਰੇ ਨਮੂਨੇ ਇਹ ਚੈੱਕ ਕਰਦੇ ਨੇ। ਡਾਕਟਰ ਸਾਹਿਬ, ਤੁਸੀਂ ਇਸ ਲੈਬ ਦੇ ਵਿੱਚ ਪਾਣੀ ਔਰ ਖਾਣ ਪੀਣ ਦੀਆਂ ਵਸਤਾਂ ਦੇ ਨਮੂਨੇ ਚੈੱਕ ਕਰਦੇ ਹੋ। ਸਭ ਤੋਂ ਪਹਿਲਾਂ ਇਹ ਦੱਸੋ ਕਿ ਜਿਹੜਾ ਪਾਣੀ ਦਾ ਨਮੂਨਾ ਆ ਉਹ ਕਿਸ ਤਰ੍ਹਾਂ ਲੈਣਾ ਆਪਾਂ? ਸਾਡੇ ਸੈਂਟਰ ਦੇ ਵਿੱਚ ਇੱਕ ਸੈਂਟਰ ਦੇ ਅੰਡਰ ਇੱਕ ਕੁਆਲਿਟੀ ਕੰਟਰੋਲ ਲੈਬੋਰੇਟਰੀ ਜਿਹੜੀ ਹੈ ਇਹ ਪੂਰੀ ਇਸ ਟੈਸਟਿੰਗ ਤੇ ਪੈਰਾਮੀਟਰਸ ਲਈ ਕੰਮ ਕਰਦੀ ਹੈ। ਐਂਡ ਇਹਦੇ ਲਈ ਪਾਣੀ ਦੀ ਟੈਸਟਿੰਗ ਤੋਂ ਪਹਿਲਾਂ, ਜਿਵੇਂ ਕਿ ਤੁਸੀਂ ਪੁੱਛਿਆ, ਪਾਣੀ ਦੀ ਸੈਂਪਲਿੰਗ ਕਿਵੇਂ ਕਰਨੀ ਹੈ, ਇਹਦਾ ਬਹੁਤ ਮੁੱਖ ਰੋਲ ਹੈ। ਕਿਉਂਕਿ ਜੇ ਪਾਣੀ ਦੀ ਸੈਂਪਲਿੰਗ ਹੀ ਅਸੀਂ ਠੀਕ ਤਰ੍ਹਾਂ ਨਹੀਂ ਕੀਤੀ ਜਾਏਗੀ ਤਾਂ ਫਿਰ ਉਹਦੀ ਜਿਹੜੀ ਟੈਸਟਿੰਗ ਰਿਪੋਰਟ ਹੈ ਉਹ ਕਦੇ ਵੀ ਪਾਸ ਨਹੀਂ ਹੋ ਸਕਦੀ। ਸੋ ਸਾਡੇ ਕੋਲੇ ਮੁੱਖ ਤੌਰ ਤੇ ਪਾਣੀ ਦੀ ਟੈਸਟਿੰਗ ਦੇ ਵਿੱਚ ਇੱਕ ਮਾਈਕਰੋਬਾਇਓਲੋਜੀ ਦੇ ਪੈਰਾਮੀਟਰ ਹੁੰਦੇ ਨੇ ਤੇ ਦੂਸਰੇ ਕੈਮੀਕਲ ਪੈਰਾਮੀਟਰ ਹੁੰਦੇ ਨੇ। ਮੈਂ ਤੁਹਾਨੂੰ ਦੱਸਣਾ ਚਾਹੂੰਗੀ, ਕੈਮੀਕਲ ਪੈਰਾਮੀਟਰ ਤਾਂ ਲਈ ਤਾਂ ਤੁਸੀਂ ਜਿੱਦਾਂ ਦੀ ਮਰਜ਼ੀ ਖਾਲੀ ਬੋਟਲਸ ਨੇ, ਪਲਾਸਟਿਕ ਬੋਟਲਸ, ਉਹਨਾਂ ਨੂੰ ਚੰਗੀ ਤਰ੍ਹਾਂ ਜਿਹੜੇ ਪਾਣੀ ਨੂੰ ਤੁਸੀਂ ਸੈਂਪਲ, ਜਿਹੜੇ ਪਾਣੀ ਦਾ ਸੈਂਪਲ ਲੈਣਾ ਉਹਦੇ ਨਾਲ 2-4 ਵਾਰੀ ਧੋ ਕੇ ਤੇ ਪਾਣੀ ਦਾ ਸੈਂਪਲ ਉਹਦੇ ਵਿੱਚ ਲਿਆ ਜਾਵੇ, ਉਹਨੂੰ ਨੱਕੋ ਨੱਕ ਭਰਿਆ ਜਾਵੇ। ਹੋਰ ਮੁੱਖ ਤੌਰ ਤੇ ਜਿਹੜਾ ਮਾਈਕਰੋਬਾਇਓਲੋਜੀ ਦਾ ਪੈਰਾਮੀਟਰ ਹੈ ਉਹ ਬਹੁਤ ਹੀ ਜਿਹੜਾ ਮਹੱਤਵਪੂਰਨ ਪੈਰਾਮੀਟਰ ਹੈਗਾ, ਜਿਹਦੇ ਵਿੱਚ ਕਿ ਸਾਨੂੰ ਸਿਰਫ ਕੱਚ ਦੀਆਂ ਬੋਤਲਾਂ ਦਾ ਹੀ ਇਸਤੇਮਾਲ ਕਰਨਾ ਪੈਂਦਾ ਹੈ ਜੀ। ਸਾਡੇ ਕੋਲ ਇੱਥੇ ਜਿਵੇਂ ਆ ਕੁਝ ਪਾਣੀ ਦੇ ਸੈਂਪਲ ਨੇ, ਇਹ ਸਾਡੇ ਕੋਲੇ ਮਾਈਕਰੋਬਾਇਓਲੋਜੀ ਦੇ ਪੈਰਾਮੀਟਰ ਲਈ ਆਏ ਹੋਏ ਨੇ। ਔਰ ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਇਹਨੂੰ ਪਹਿਲੇ ਬੋਤਲ ਨੂੰ ਤੇ ਉਹਦੇ ਢੱਕਣ ਨੂੰ ਗਰਮ ਉਬਲਦੇ ਪਾਣੀ ਨਾਲ ਧੋ ਲਿਆ ਜਾਵੇ ਚੰਗੀ ਤਰ੍ਹਾਂ 1-2 ਵਾਰੀ। ਉਦੋਂ ਬਾਅਦ ਜਿਹੜਾ ਪਾਣੀ ਦਾ ਸੈਂਪਲ ਤੁਸੀਂ ਲੈਣਾ ਉਹ ਵਗਦਾ ਸੈਂਪਲ ਹੀ ਨੋਰਮਲੀ ਤੌਰ ਤੇ ਕਸਟਮਰ ਲੈ ਕੇ ਆਉਂਦੇ ਨੇ, ਤਾਂ ਉਹਨੂੰ 2-4 ਮਿੰਟ ਲਈ ਵਗਣ ਦਿਓ। ਉਸ ਪਾਣੀ ਦੇ ਸੈਂਪਲ ਨੂੰ ਇੱਕ ਵਾਰੀ ਇਹਦੇ ਵਿੱਚ ਲੈ ਕੇ, ਜਿਵੇਂ ਆਪਾਂ ਰਿੰਸਿੰਗ ਕਰਦੇ ਹਾਂ, ਰਿੰਸ ਕਰਨ ਤੋਂ ਬਾਅਦ ਫਿਰ ਪਾਣੀ ਦਾ ਸੈਂਪਲ ਨੱਕੋ ਨੱਕ ਭਰ ਕੇ ਬੋਟਲ ਨੂੰ ਤੇ ਨਾਲ ਦੇ ਨਾਲ ਹੀ ਉਹਨੂੰ ਟਾਈਟਲੀ ਲਿਡ ਉਹਦਾ ਜਿਹੜਾ ਉਹ ਲਗਾ ਦਿੱਤਾ ਜਾਵੇ। ਸੋ ਇਹੋ ਜਿਹੀ, ਕਿਉਂਕਿ ਸਾਡੇ ਕੋਲ ਅਸੀਂ ਮਹਿਸੂਸ ਕੀਤਾ ਹੈ ਕਿ ਜਦ ਤੱਕ ਕਸਟਮਰ ਨੂੰ ਸੈਂਪਲਿੰਗ ਦੀ ਜਾਣਕਾਰੀ ਅਸੀਂ ਨਹੀਂ ਦੇਵਾਂਗੇ ਤਾਂ ਉਹਨਾਂ ਦੀਆਂ ਟੈਸਟਿੰਗ ਦੀਆਂ ਰਿਪੋਰਟਾਂ ਜਿਹੜੀਆਂ ਨੇ ਉਹ ਕਦੇ ਵੀ ਠੀਕ ਨਹੀਂ ਆਉਂਦੀਆਂ। ਸੋ ਇਸ ਕਰਕੇ ਸੈਂਪਲਿੰਗ ਦਾ ਬਹੁਤ ਮਹੱਤਵਪੂਰਨ ਰੋਲ ਜੀ। ਸੋ ਡਾਕਟਰ ਸਾਹਿਬ, ਬਹੁਤ ਵਧੀਆ ਗੱਲ ਤੁਸੀਂ ਦੱਸੀ ਕਿ ਕੋਈ ਵੀ ਅਸੀਂ ਜਿਹੜੀ ਪਾਣੀ ਦੀ ਟੈਸਟਿੰਗ ਕਰਾਣੀ ਹੈ ਜਾਂ ਖਾਣ ਪੀਣ ਦੀਆਂ ਵਸਤਾਂ ਦੀ ਕਰਾਣੀ ਆ, ਉਹਦੇ ਜਿਹੜਾ ਨਮੂਨੇ ਦੀ ਸਹੀ ਜਿਹੜੀ ਆਪਾਂ ਮੌਕੇ ਤੇ ਕਲੈਕਸ਼ਨ ਕਰਨੀ ਉਹ ਬਹੁਤ ਇੰਪੋਰਟੈਂਟ ਪਾਰਟ ਹੈ। ਸੋ ਇਹ ਹੋਈ ਡਾਕਟਰ ਸਾਹਿਬ ਵੀ ਨਮੂਨਾ ਆਪਾਂ ਲੈ ਲਿਆ, ਤੁਹਾਡੇ ਕੋਲ ਲੈਬ ਦੇ ਵਿੱਚ ਪਹੁੰਚ ਗਿਆ। ਹੁਣ ਤੁਸੀਂ ਇਹਨਾਂ ਦੇ ਕਿਹੜੇ ਪੈਰਾਮੀਟਰ ਚੈੱਕ ਕਰਦੇ ਹੋ ਤੇ ਉਹਦੇ ਲਈ ਕੀ ਪ੍ਰੋਸੀਜਰ ਹੈ? ਦੇਖੋ ਜੀ, ਸਾਡੇ ਕੋਲੇ 2 ਤਰ੍ਹਾਂ ਦੇ ਪਾਣੀ ਦੇ ਸੈਂਪਲ ਆਉਂਦੇ ਨੇ। ਕੁਝ ਪਾਣੀ ਦੇ ਸੈਂਪਲ ਆਉਂਦੇ ਨੇ ਜਿਨ੍ਹਾਂ ਨੂੰ ਫਾਰਮਰ ਜਾਂ ਉਹ ਇਰੀਗੇਸ਼ਨ ਪਰਪਸ ਲਈ, ਖੇਤੀਬਾੜੀ ਲਈ ਇਸਤੇਮਾਲ ਕਰਨਾ ਚਾਹੁੰਦੇ ਨੇ, ਉਹ ਵੀ ਆਪਣੇ ਪਾਣੀ ਦੇ ਨਮੂਨੇ ਟੈਸਟ ਕਰਾਉਣਾ ਚਾਹੁੰਦੇ ਨੇ। ਬਾਕੀ ਸਾਡੇ ਕੋਲੇ ਸਟੂਡੈਂਟਸ, ਰਿਸਰਚਰਸ, ਫਾਰਮਰਸ ਔਰ ਉਹ ਸਾਡੇ ਕੋਲ ਰਾਦਰ ਘਰਾਂ ਦੇ ਸੈਂਪਲ ਵੀ ਸਾਡੇ ਕੋਲੇ ਟੈਸਟ ਹੋਣ ਲਈ ਆਉਂਦੇ ਨੇ, ਜਿਹੜੇ ਕਿ ਯੂਜ਼ ਕਰਨਾ ਚਾਹੁੰਦੇ ਆ ਕਿ ਪਾਣੀ ਜਿਹੜਾ ਉਹ ਪੀਣ ਯੋਗ ਹੈ ਕਿ ਨਹੀਂ ਹੈ। ਪੀਣ ਯੋਗ ਵਾਲੇ ਪਾਣੀ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੀ ਹੈ ਅੱਜ ਕੱਲ੍ਹ ਪੈਰਾਮੀਟਰ ਨੇ ਉਹ ਹੈਵੀ ਮੈਟਲਸ ਜ਼ਿਆਦਾ ਮਹੱਤਵਪੂਰਨ ਨੇ। ਉਸ ਤੋਂ ਇਲਾਵਾ ਜਨਰਲ ਪਾਣੀ ਦੇ ਪੈਰਾਮੀਟਰ ਨੇ, ਜਿਵੇਂ ਕਿ TDS ਹੁੰਦੀ ਹੈ, pH ਹੁੰਦੀ ਹੈ, ਟੋਟਲ ਡਿਜ਼ੋਲਵਡ ਸੋਲਿਡਸ ਹੁੰਦੇ ਨੇ, ਕੰਡਕਟਿਵਿਟੀ ਹੁੰਦੀ ਹੈ। ਸੋ ਇੱਦਾਂ ਦੇ ਬੜੇ ਪੈਰਾਮੀਟਰਸ ਨੇ ਜਿਹੜੇ ਕਿ ਅਸੀਂ ਆਪਣੀ ਲੈਬ ਦੇ ਵਿੱਚ ਟੈਸਟ ਕਰਕੇ ਤੇ ਫਿਰ ਉਹਨਾਂ ਦੀ ਇੱਕ ਰਿਪੋਰਟ ਬਣਾ ਕੇ ਉਹਨਾਂ ਨੂੰ ਇਸ਼ੂ ਕਰਦੇ ਹਾਂ ਜੀ। ਇਸੇ ਤਰ੍ਹਾਂ ਇਰੀਗੇਸ਼ਨ ਦੇ ਪੈਰਾਮੀਟਰ ਥੋੜੇ ਜਿਹੇ ਅਲੱਗ ਹੁੰਦੇ ਨੇ। ਉਹਦੀ ਸਟੱਡੀ, ਥੋੜੇ ਜਿਹੇ ਪੈਰਾਮੀਟਰ ਅਸੀਂ ਥੋੜੇ ਜਿਹੇ ਤੱਤ ਉਹਦੇ 'ਚ ਹੋਰ ਐਡ ਕਰ ਦਿੰਦੇ ਹਾਂ, ਪਰ ਡਿਪੈਂਡ ਕਰਦਾ ਹੈ ਜਿਹੜੇ ਫਾਰਮਰ ਜਾਂ ਐਂਟਰਪ੍ਰੇਨਰ ਸਾਡੇ ਕੋਲ ਆ ਰਹੇ ਨੇ ਉਹਨਾਂ ਦੀ ਰਿਕੁਆਇਰਮੈਂਟ ਕੀ ਹੈ। ਅਸੀਂ ਉਹਨਾਂ ਨੂੰ ਇੱਕ ਵਾਰੀ ਪੂਰੀ ਜਾਣਕਾਰੀ ਦਿੰਦੇ ਹਾਂ, ਬਾਕੀ ਜਿਸ ਹਿਸਾਬ ਨਾਲ ਉਹਨਾਂ ਨੇ ਕਰਵਾਉਣੇ ਹੁੰਦੇ ਨੇ। ਸਾਡੇ ਕੋਲ ਰੇਟ ਵੀ, ਜਿਹੜੀ ਸਾਡੀ ਪ੍ਰਾਈਸ ਲਿਸਟ ਹੈ ਉਹ ਵੀ 2 ਤਰ੍ਹਾਂ ਦੀ ਇਸ ਹਿਸਾਬ ਨਾਲ ਬਣੀ ਹੋਈ ਹੈ ਜੀ। ਸੋ ਅਸੀਂ ਅਕੋਰਡਿੰਗਲੀ ਉਹਨਾਂ ਨੂੰ ਗਾਈਡ ਕਰ ਦਿੰਦੇ ਹਾਂ ਜੀ। ਇਹ ਡਿਪੈਂਡ ਕਰਦਾ ਹੈ ਕਿ ਔਨ ਡਿਮਾਂਡ ਉਹਨਾਂ ਦੀ ਰਿਕੁਆਇਰਮੈਂਟ ਕੀ ਹੈ ਕਿ ਉਹ ਕੀ ਚੈੱਕ ਕਰਵਾਉਣਾ ਚਾਹੁੰਦੇ ਨੇ। ਡਾਕਟਰ ਸਾਹਿਬ, ਇਹ ਤਾਂ ਗੱਲ ਹੋਈ ਪਾਣੀ ਦੀ। ਹੁਣ ਜਿਹੜੀਆਂ ਬਾਕੀ ਆਪਣੀਆਂ ਭੋਜਨ ਪਦਾਰਥ ਨੇ ਉਹਨਾਂ ਦੀ ਕੀ ਟੈਸਟਿੰਗ ਕਰਦੇ ਆਪਾਂ? ਜੇ ਤਾਂ ਉਹਨਾਂ ਨੇ ਟੌਕਸਿਸਿਟੀ ਚੈੱਕ ਕਰਨੀ ਹੈ ਤਾਂ ਉਹਨਾਂ ਦੇ ਜਿਹੜੇ ਤੱਤ ਜਿਹੜੇ ਅਸੀਂ ਚੈੱਕ ਕਰਦੇ ਹਾਂ, ਹੈਵੀ ਮੈਟਲ, ਜਿਵੇਂ ਮੈਂ ਤੁਹਾਨੂੰ ਦੱਸਿਆ, ਜਿਹਦੀ ਕਿ ਪੰਜਾਬ ਦੇ ਪਾਣੀ ਦੇ ਵਿੱਚ ਕਾਫੀ ਟਾਈਮ ਤੋਂ ਅਸੀਂ ਸਮੱਸਿਆ ਸੁਣਦੇ ਆ ਰਹੇ ਹਾਂ। ਉਸ ਤੋਂ ਇਲਾਵਾ ਜਿਹੜੇ ਸਾਡੇ
ਸਰੀਰ ਲਈ ਸਾਡੇ ਹੈਲਥ ਲਈ ਜਿਹੜੇ ਮਹੱਤਵਪੂਰਨ ਤੱਤ ਨੇ ਜਿਨ੍ਹਾਂ ਨੂੰ ਅਸੀਂ ਨਿਊਟ੍ਰੀਐਂਟਸ ਵੀ ਕਹਿੰਦੇ ਆ। ਸੋ ਸਾਡੀ ਲੈਬ ਦੇ ਵਿੱਚ ਉਹ ਵੀ ਚੈੱਕ ਕੀਤੇ ਜਾਂਦੇ ਨੇ। ਉਸ ਤੋਂ ਇਲਾਵਾ ਸਾਡੇ ਕੋਲੇ ਫਾਰਮਰਸ ਤੇ ਐਂਟਰਪ੍ਰੈਨਰਸ ਆਉਂਦੇ ਨੇ ਜਿਨ੍ਹਾਂ ਨੇ ਸਪੋਜ਼ ਕੋਈ ਨਵੇਂ ਪ੍ਰੋਸੈਸ ਪ੍ਰੋਡਕਟਸ ਬਣਾਏ ਨੇ ਤੇ ਉਹ ਉਹਨਾਂ ਦੀ ਲੇਬਲਿੰਗ ਕਰਵਾਉਣਾ ਚਾਹੁੰਦੇ ਨੇ। ਸੋ ਉਹ ਪੈਰਾਮੀਟਰਸ ਅਲੱਗ ਨੇ, ਉਹ ਵੀ ਸਾਡੀ ਲੈਬੋਰੇਟਰੀ ਕੈਟਰ ਕਰਦੀ ਹੈ। ਉਹਦੀ ਵੀ ਫਿਰ ਰਿਪੋਰਟ ਤੁਸੀਂ ਇਸੇ ਤਰ੍ਹਾਂ ਦਿੰਦੇ ਹੋ? ਹਾਂਜੀ। ਤੇ ਉਹਦੇ ਵੀ ਚਾਰजेस ਨੋਮੀਨਲ ਨੇ? ਹਾਂਜੀ ਜੀ। ਉਹ ਸਾਡੇ ਚਾਰजेस ਲਈ ਸਾਡੀ ਪੂਰੀ ਇੱਕ ਜਿਹੜੀ ਅਪਰੂਵ ਹੁੰਦੀ ਹੈ ਲਿਸਟ, ਜਿਹੜੀ ਪ੍ਰਾਈਸ ਲਿਸਟ ਹੈ ਉਹ ਬਣੀ ਹੋਈ ਹੈ ਜਿਹਦੇ ਵਿੱਚ ਫਾਰਮਰਸ ਐਂਟਰਪ੍ਰੈਨਰਸ ਲਈ ਤੇ ਜਿਹੜੇ ਸਟੂਡੈਂਟਸ ਜਾਂ ਪ੍ਰਾਈਵੇਟ ਉਹਨਾਂ ਲਈ ਦੋ ਵੱਖ-ਵੱਖ ਰੇਟ ਜਿਹੜੇ ਨੇ ਉਹ ਫਿਕਸ ਕੀਤੇ ਗਏ ਨੇ। ਫਾਰਮਰ ਐਂਟਰਪ੍ਰੈਨਰ ਲਈ ਸਾਡੇ ਰੇਟ ਕਾਫੀ ਉਹਨਾਂ ਦੀ ਪਹੁੰਚ 'ਚ ਆਉਂਦੇ ਨੇ। ਸੋ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਹੋ ਕਿ ਜਿਹੜੀ ਤੁਹਾਡੀ ਲੈਬ ਹੈ ਸਰਟੀਫਾਈਡ ਹੈ। ਸਰਟੀਫਾਈਡ ਦਾ ਕੀ ਮਤਲਬ ਹੈ ਔਰ ਤੁਹਾਡੇ ਕੋਲ ਜਿਹੜੇ ਇੰਸਟਰੂਮੈਂਟਸ ਨੇ ਉਹ ਕਿਹੜੇ-ਕਿਹੜੇ ਤੁਸੀਂ ਇੱਥੇ ਯੂਜ਼ ਕਰਦੇ ਹੋ ਉਹਦੇ ਵਿੱਚ? ਸਾਡੇ ਕੋਲੇ ਸਰਟੀਫਿਕੇਸ਼ਨ ਸਾਡੀ ਲੈਬ ਨੇ, ਮੈਨੂੰ ਇਹ ਦੱਸਦਿਆਂ ਹੋਇਆ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੀ ਲੈਬ ਨੇ ਹਲੇ ਪਿਛਲੇ ਸਾਲ ਹੀ ਫਰਵਰੀ 2022 ਦੇ ਵਿੱਚ NABL ਐਕ੍ਰੈਡੀਟੇਸ਼ਨ ਹਾਸਲ ਕੀਤੀ ਹੈ ਜਿਹੜੀ ਕਿ ਹਲੇ ਪਾਣੀ ਦੇ ਫੀਲਡ ਦੇ ਵਿੱਚ ਹੈ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਫੂਡ ਪੈਰਾਮੀਟਰਸ ਉਹਨਾਂ ਨੂੰ ਵੀ ਉਸ ਐਕ੍ਰੈਡੀਟੇਸ਼ਨ ਦੇ ਅੰਡਰ ਲੈ ਰਹੇ ਹਾਂ। ਸੋ ਉਹਨਾਂ ਲਈ ਸਾਡੀ ਜਿਹੜੀ ਲੈਬ ਹੈ ਉਹਦੇ ਵਿੱਚ ਹੈਵੀ ਮੈਟਲ ਨੇ, ਨਿਊਟ੍ਰੀਐਂਟਸ ਨੇ ਤੇ ਕੁਝ ਹੋਰ ਪੈਰਾਮੀਟਰਸ ਨੇ, ਉਹ ਅਸੀਂ ਉਹਨਾਂ ਦੇ ਅੰਡਰ ਟੈਸਟ ਕਰਦੇ ਹਾਂ। ਇੰਸਟਰੂਮੈਂਟਸ ਕਿਹੜੇ-ਕਿਹੜੇ ਨੇ? ਇੰਸਟਰੂਮੈਂਟ ਸਾਡੇ ਕੋਲੇ ਜੀ ICP-MS ਹੈ ਜਿਹਦੇ ਵਿੱਚ ਅਸੀਂ ਤੱਤਾਂ ਨੂੰ ਚੈੱਕ ਕਰਦੇ ਹਾਂ ਜਾਂ ਹੈਵੀ ਮੈਟਲਸ ਨੂੰ ਚੈੱਕ ਕਰਦੇ ਹਾਂ। ਉਸ ਤੋਂ ਇਲਾਵਾ ਜਿੱਦਾਂ ਦੇ ਪੈਰਾਮੀਟਰ ਨੇ, TDS ਲਈ ਅਲੱਗ ਇੰਸਟਰੂਮੈਂਟ ਹੈ, ਕੰਡਕਟਿਵਿਟੀ ਲਈ ਕੰਡਕਟਿਵਿਟੀ ਮੀਟਰ ਹੈ, ਠੀਕ ਹੈ, ਔਰ ਜਿਹੜੇ ਆਪਣੇ ਨੇ pH ਲਈ pH ਮੀਟਰ ਹੈ ਤੇ ਇਸ ਤੋਂ ਇਲਾਵਾ ਟਰਬਿਡਿਟੀ ਲਈ ਟਰਬਿਡਿਟੀ ਮੀਟਰ ਹੈ। ਸੋ ਜਿਹੜੇ ਹੋਰ ਪੈਰਾਮੀਟਰ ਨੇ ਹਰ ਇੱਕ ਪੈਰਾਮੀਟਰ ਲਈ ਅਲੱਗ-ਅਲੱਗ ਇੰਸਟਰੂਮੈਂਟ ਨੇ। UV ਵਿਜ਼ੀਬਲ ਸਪੈਕਟ੍ਰੋਫੋਟੋਮੀਟਰ ਵੀ ਯੂਜ਼ ਕੀਤਾ ਜਾਂਦਾ ਜਿਵੇਂ ਪਾਣੀ ਦੇ ਵਿੱਚ ਅਸੀਂ ਅਲਕਲਿਨਿਟੀ ਦੇਖਣੀ ਹੈ ਜਾਂ ਫਲੋਰਾਈਡ ਦੇਖਣਾ ਹੈ ਕਿ ਕਿੰਨਾ ਹੈਗਾ। ਸੋ ਹਰ ਪੈਰਾਮੀਟਰ ਦੇ ਹਿਸਾਬ ਨਾਲ ਉਹਨਾਂ ਦੇ ਇੰਸਟਰੂਮੈਂਟ ਵੀ ਅਲੱਗ-ਅਲੱਗ ਯੂਜ਼ ਹੁੰਦੇ ਜੀ। ਡਾਕਟਰ ਸਾਹਿਬ ਆਮ ਤੌਰ ਤੇ ਇਹ ਦੇਖਣ ਵਿੱਚ ਆਉਂਦਾ ਵੀ ਜਦੋਂ ਵੀ ਆਪਾਂ ਕੋਈ ਟੈਸਟ ਕਰਾਉਣਾ, ਨਮੂਨਾ ਪਾਣੀ ਦਾ ਟੈਸਟ ਕਰਾਉਣਾ, ਆਪਾਂ ਨੂੰ ਲੱਗਦਾ ਵੀ ਇਹ ਠੀਕ ਹੀ ਹੈ, ਪਾਣੀ ਦਾ ਰੰਗ ਸਾਫ਼ ਹੈ ਤੇ ਸਾਰਾ ਕੁਝ ਠੀਕ ਹੀ ਹੈ। ਤੁਹਾਡੇ ਹਿਸਾਬ ਨਾਲ ਜਿਹੜਾ ਪਾਣੀ ਆਪਾਂ ਇਰੀਗੇਸ਼ਨ ਲਈ ਵਰਤੋਂ ਕਰਦੇ ਆ ਉਹ ਕਿਸ ਪਾਣੀ ਨੂੰ ਆਪਾਂ ਕਹਿ ਦਿੰਦੇ ਆ ਕਿ ਇਹ ਪਾਣੀ ਠੀਕ ਹੈ, ਇਹ ਫਿਟ ਫॉर ਇਰੀਗੇਸ਼ਨ ਹੈ ਕਿ ਠੀਕ ਹੈ ਆਪਾਂ ਇਹਨਾਂ ਸਿੰਚਾਈ ਕਰ ਸਕਦੇ ਆ? ਦੇਖੋ ਜੀ, ਉਹਦੀ ਤਾਂ ਪੜਤਾਲ ਜਿਹੜੀ ਹੈ ਉਹ ਟੈਸਟਿੰਗ ਤੋਂ ਬਾਅਦ ਹੀ ਹੁੰਦੀ ਹੈ ਜੀ। ਸਿਰਫ ਦੇਖ ਕੇ ਆਪਾਂ ਨਹੀਂ ਕਹਿ ਸਕਦੇ ਵੀ ਇਹ ਪਾਣੀ ਜਿਹੜਾ ਹੈ ਉਹ ਸਾਡਾ ਇਰੀਗੇਸ਼ਨ ਲਈ ਯੋਗ ਹੈ। ਸੋ ਉਹਦੀ ਪੜਤਾਲ ਮਤਲਬ ਉਹਦੀ ਟੈਸਟਿੰਗ ਤਾਂ ਰਿਕੁਆਇਰਡ ਹੈ ਤੇ ਜਿਹੜੀ ਉਹਦੀ ਟੈਸਟਿੰਗ ਹੈ ਉਹ ਇੱਕ ਸਟੈਂਡਰਡ ਗਾਈਡਲਾਈਨਸ ਦੇ ਹਿਸਾਬ ਨਾਲ ਜਿਹੜੇ ਸਾਡਾ ਸੈਂਟਰ ਫੋਲੋ ਕਰਦਾ ਹੈ। ਤਾਂ ਜਿਹਨੂੰ ਫੋਲੋ ਕਰਕੇ ਹੀ ਅਸੀਂ ਐਕ੍ਰੈਡੀਟੇਸ਼ਨ ਦੇ ਯੋਗ ਬਣ ਸਕਦੇ ਹਾਂ। ਜੀ। ਲੋੜ ਹੈ ਕਿ ਅਸੀਂ ਪੰਜਾਬ ਹਾਰਟੀਕਲਚਰ ਪੋਸਟ ਹਾਰਵੈਸਟ ਟੈਕਨੋਲੋਜੀ ਸੈਂਟਰ ਨਾਲ ਜੁੜੀਏ ਔਰ ਇਸ ਸੈਂਟਰ ਦੇ ਵੱਲੋਂ ਬਹੁਤ ਹੀ ਵਧੀਆ ਸੇਵਾਵਾਂ ਪੈਕਿੰਗ ਤੋਂ ਲੈ ਕੇ ਪਾਣੀ ਦੀ ਟੈਸਟਿੰਗ ਔਰ ਕਿਸਾਨਾਂ ਨੂੰ ਜਿਹੜੀ ਟ੍ਰੇਨਿੰਗ ਆ ਔਰ ਬਹੁਤ ਹੀ ਕਿਫਾਇਤੀ ਸਸਤੇ ਰੇਟਾਂ ਤੇ ਜਿਹੜੀ ਉਹ ਦਿੱਤੀ ਜਾ ਰਹੀ ਹੈ। ਸੋ ਉਮੀਦ ਹੈ ਕਿ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਤੋਂ ਬਹੁਤ ਫਾਇਦਾ ਉਠਾਓਗੇ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਕਿਸਾਨ ਦੋਸਤੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।